ਨਹੀਂ ਮਾਂ, ਤੂੰ ਤਾਂ ਜਾਣਦੀ ਹੈ ਕਿ ਕੁਝ ਦਿਨਾਂ ਵਿੱਚ ਸਾਡਾ ਬੱਚਾ ਦੁਨੀਆ ਤੇ ਆਉਣ ਵਾਲਾ, ਅਤੇ ਇਹ ਹੀ ਸਮੇਂ ਸਾਡੀ ਫੁੱਲ ਟਾਈਮ ਮੇਡ ਆਪਣੇ ਪਿੰਡ ਚਲੀ ਗਈ ਹੈ। ਬੋਲ ਕੇ ਗਈ ਹੈ ਕਿ 2 ਮਹੀਨੇ ਬਾਅਦ ਆਵੇਗੀ। ਹੁਣ ਇੰਨੀ ਜਲਦੀ ਕੋਈ ਹੋਰ ਨੌਕਰਾਣੀ ਵੀ ਨਹੀਂ ਮਿਲੇਗੀ ਅਤੇ ਤੂੰ ਭਾਈ ਦੇ ਕੋਲ ਅਮਰੀਕਾ ਜਾ ਕੇ ਬੈਠ ਗਈ। ਨੀਤੂ ਨੇ ਪਰੇਸ਼ਾਨ ਹੁੰਦਿਆਂ ਦੀ ਮਾਂ ਨੂੰ ਕਿਹਾ, ਓਹੋ, ਇਸ ਵਿੱਚ ਪਰੇਸ਼ਾਨ ਹੋਣ ਵਾਲੀ ਕੀ ਗੱਲ ਹੈ? ਕੋਈ ਨਵੀਂ ਨੌਕਰਾਣੀ ਲੱਭਣ ਦੀ ਲੋੜ ਨਹੀਂ ਹੈ। ਤੇਰੀ ਸੱਸ ਹਜੇ ਜਿਉਂਦੀ ਹੈ ਨਾ, ਉਹ ਕਿਸ ਦਿਨ ਕੰਮ ਆਵੇਗੀ? ਕੁੜਮਣੀ ਚੰਗੀ ਭਲੀ ਤਾਂ ਹੈ, ਇੰਨਾ ਤਾਂ ਕਰ ਹੀ ਸਕਦੀ ਹੈ ਉਹ ਤੇਰੇ ਲਈ। ਜਦੋਂ ਤੱਕ ਜ਼ਰੂਰਤ ਹੋਵੇ ਕੰਮ ਕਰਵਾਏ, ਤੇ ਫਿਰ ਉਹਨਾਂ ਨੂੰ ਆਪਣੇ ਘਰੇ ਤੋਰ ਦਵੀ। ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਨੀਤੂ ਦੀਆਂ ਅੱਖਾਂ ਵਿੱਚ ਚਮਕ ਆ ਗਈ। ਹਾਂ ਮਾਂ, ਇਹ ਤਾਂ ਬਹੁਤ ਚੰਗਾ ਆਈਡੀਆ ਦਿੱਤਾ ਹੈ ਤੂੰ, ਅਤੇ ਕਹਿ ਕੇ ਫੋਨ ਕੱਟ ਦਿੰਦੀ ਹੈ। ਸ਼ਾਮ ਨੂੰ ਜਦੋਂ ਉਸ ਦਾ ਪਤੀ ਸਾਹਿਲ ਘਰ ਆਇਆ ਤਾਂ ਨੀਤੂ ਨੇ ਉਦਾਸ ਚਿਹਰਾ ਬਣਾਇਆ ਹੋਇਆ ਸੀ। ਪੁੱਛਿਆ ਕਿ ਕੀ ਹੋਇਆ, ਤੂੰ ਇੰਨਾ ਉਦਾਸ ਕਿਉਂ ਹੈ? ਮੈਂ ਸੋਚਦੀ ਹਾਂ ਕਿ ਤੁਹਾਡੀ ਮਾਂ ਤੇ ਪਿਤਾ ਜੀ ਨੂੰ ਆਪਾਂ ਕੁਝ ਸਮੇਂ ਲਈ ਇੱਥੇ ਬੁਲਾ ਲੈਨੇ ਹਾਂ, ਪਰ ਕੀ ਉਹ ਆਉਣਗੇ? ਇਹ ਕਹੇ ਕਿ ਨੀਤੂ ਚੁੱਪ ਹੋ ਗਈ। ਸਾਹਿਲ ਨੇ ਕਿਹਾ, ਕਿਉਂ ਨਹੀਂ ਆਉਣਗੇ? ਨੀਤੂ ਨੇ ਕਿਹਾ ਕਿ ਜੋ ਪਿਛਲੀ ਵਾਰ ਹੋਇਆ, ਉਸ ਦੀ ਵਜ੍ਹਾ ਕਰਕੇ ਕਿਤੇ ਤੁਹਾਡੀ ਮੰਮੀ ਜੀ ਨਾਰਾਜ਼ ਤਾਂ ਨਹੀਂ? ਨਹੀਂ ਨਹੀਂ, ਮੈਂ ਆਪਣੀ ਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਆਪਣੀ ਇੱਕ ਵਾਰ ਬੁਲਾਉਣ ਤੇ ਹੀ ਉਹ ਭੱਜੇ ਆਉਣਗੇ। ਇਹ ਕਹੇ ਕਿ ਸਾਹਿਲ ਨੇ ਆਪਣੀ ਮਾਂ ਸਵਿਤਾ ਨੂੰ ਫੋਨ ਕੀਤਾ। ਫੋਨ ਰੱਖਣ ਤੋਂ ਬਾਅਦ ਸਵਿਤਾ ਜੀ ਚਮਕਦੇ ਹੋਏ ਚਿਹਰੇ ਨਾਲ ਆਪਣੇ ਪਤੀ ਆਨੰਦ ਜੀ ਕੋਲ ਗਈ। ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਤੁਸੀਂ ਸੁਣਦੇ ਹੋ, ਅੱਜ ਸਾਹਿਲ ਦਾ ਫੋਨ ਆਇਆ। ਆਨੰਦ ਨੇ ਖੁਸ਼ ਹੋ ਕੇ ਕਿਹਾ, ਚਲੋ ਵਧੀਆ ਹੈ, ਉਸਨੇ ਆਪਾਂ ਨੂੰ ਯਾਦ ਤਾਂ ਕੀਤਾ। ਕੀ ਕਹਿੰਦਾ ਸੀ ਉਹ? ਦਰਅਸਲ ਬਹੂ ਦੀ ਡਿਲੀਵਰੀ ਦਾ ਟਾਈਮ ਨੇੜੇ ਆ ਗਿਆ ਹੈ, ਤਾਂ ਕਰਕੇ ਉਹ ਆਪਾਂ ਨੂੰ ਘਰੇ ਬੁਲਾ ਰਿਹਾ ਹੈ। ਸਾਹਿਲ ਦੇ ਫੋਨ ਤੋਂ ਬਾਅਦ ਸਵਿਤਾ ਜੀ ਬਹੁਤ ਖੁਸ਼ ਸੀ। ਅਚਾਨਕ ਹੀ ਸਵਿਤਾ ਜੀ ਨੂੰ ਪਿਛਲੀ ਗੱਲਾਂ ਯਾਦ ਕਰਕੇ ਉਦਾਸੀ ਛਾ ਗਈ। ਦਰਅਸਲ ਹੋਇਆ ਇਹ ਸੀ ਕਿ 1 ਸਾਲ ਪਹਿਲਾਂ ਸਵਿਤਾ ਅਤੇ ਆਨੰਦ ਜੀ ਆਪਣੇ ਬੇਟੇ ਤੇ ਬਹੂ ਦੇ ਘਰੇ ਕੁਝ ਸਮੇਂ ਲਈ ਗਏ ਹੋਏ ਸੀ। ਜਦੋਂ ਨੀਤੂ ਨੂੰ ਪਤਾ ਚੱਲਿਆ ਕਿ ਉਸ ਦੀ ਸੱਸ ਬਿਲਕੁਲ ਸਿੱਧੀ ਸਾਦੀ ਹੈ, ਤਾਂ ਉਸਨੇ ਇਸ ਗੱਲ ਦਾ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ। ਉਹ ਦਿਨ ਭਰ ਬਿਜ਼ੀ ਰਹਿਣ ਦਾ ਬਹਾਨਾ ਕਰਕੇ ਸਾਰਾ ਕੰਮ ਆਪਣੀ ਸੱਸ ਤੋਂ ਕਰਵਾਉਂਦੀ ਸੀ। ਸਭ ਦੇਖ ਕੇ ਇੱਕ ਦਿਨ ਆਨੰਦ ਜੀ ਨੇ ਉਸ ਨੂੰ ਕਿਹਾ ਕਿ ਬੇਟਾ ਤੂੰ ਵੀ ਕੋਈ ਕੰਮ ਕਰ ਲਿਆ ਕਰ, ਤੇਰੀ ਮੰਮੀ ਬਹੁਤ ਬਜ਼ੁਰਗ ਹੁਣ ਇਸ ਤੋਂ ਇੰਨਾ ਕੰਮ ਨਹੀਂ ਹੁੰਦਾ। ਇੰਨਾ ਕਹਿਣ ਦੀ ਦੇਰ ਸੀ ਕਿ ਨੀਤੂ ਨੇ ਆਪਣੇ ਸੱਸ ਸਹੁਰੇ ਨੂੰ ਬਹੁਤ ਖਰੀ ਖੋਟੀ ਸੁਣਾਈ। ਬਹੁਤ ਕੁਝ ਝੂਠ ਬੋਲ ਕੇ ਆਪਣੇ ਪਤੀ ਨੂੰ ਸੱਸ ਸਹੁਰੇ ਖਿਲਾਫ ਭੜਕਾ ਦਿੱਤਾ ਸੀ। ਉਹ ਦੋਨੋਂ ਚੁੱਪਚਾਪ ਖੜੇ ਅਪਮਾਨ ਸਹਿੰਦੇ ਰਹੇ ਤੇ ਆਪਣਾ ਸਨਮਾਨ ਬਚਾਉਣ ਲਈ ਚੁੱਪਚਾਪ ਘਰੇ ਆ ਗਏ। ਸਵਿਤਾ ਇਹ ਸਾਰੀਆਂ ਗੱਲਾਂ ਯਾਦ ਕਰ ਰਹੀ ਸੀ ਕਿ ਇੰਨੇ ਨੂੰ ਆਨੰਦ ਜੀ ਬੋਲੇ, ਚੱਲ ਸਮਾਨ ਪੈਕ ਕਰ, ਖੜੀ ਕੀ ਸੋਚ ਰਹੀ ਹੈ? ਸਾਹਿਲ ਦੇ ਵਿਆਹ ਨੂੰ 5 ਸਾਲ ਹੋ ਗਏ ਹਨ, ਮਸਾਂ ਤਾਂ ਸਾਡੇ ਘਰੇ ਖੁਸ਼ੀਆਂ ਆਈਆਂ ਹਨ। ਠੀਕ ਹੈ, ਮੈਂ ਨੀਤਾ ਨੂੰ ਕਹੇ ਕਿ ਆਉਂਦੀ ਹਾਂ ਕਿ ਅਸੀਂ ਆਪਣੇ ਮੁੰਡੇ ਦੇ ਘਰ ਜਾ ਰਹੇ ਹਾਂ। ਨੀਤਾ ਤੇ ਵਿਸ਼ਾਲ ਨੂੰ ਇਹਨਾਂ ਨੇ ਆਪਣਾ ਘਰ ਦਾ ਇੱਕ ਕਮਰਾ ਕਿਰਾਏ ਤੇ ਦਿੱਤਾ ਹੋਇਆ ਸੀ। ਉਹ ਆਪਣੇ ਛੋਟੇ ਜਿਹੇ ਬੇਟੇ ਲੱਡੂ ਨਾਲ ਰਹਿੰਦੇ ਸੀ। ਉਹ ਦੋਨੋਂ ਹੀ ਘਰ ਵਿੱਚ ਰਹਿ ਕੇ ਟਿਫਿਨ ਸਰਵਿਸ ਦਾ ਕੰਮ ਕਰਦੇ ਸੀ। ਘਰ ਦੇ ਥੋੜੀ ਦੂਰ ਹੀ ਇੱਕ ਕਾਲਜ ਸੀ। ਹੋਸਟਲ ਵਿੱਚ ਰਹਿਣ ਵਾਲੇ ਬੱਚਿਆਂ ਕਰਕੇ ਉਹਨਾਂ ਦਾ ਧੰਦਾ ਵਧੀਆ ਚੱਲ ਰਿਹਾ ਸੀ। ਕੁਝ ਹੀ ਸਾਲਾਂ ਵਿੱਚ ਨੀਤਾ ਅਤੇ ਸਵਿਤਾ ਜੀ ਦਾ ਬਹੁਤ ਪਿਆਰ ਬਣ ਗਿਆ ਸੀ। ਉਹਨਾਂ ਦੇ ਬੇਟੇ ਲੱਡੂ ਨੂੰ ਸਵਿਤਾ ਜੀ ਆਪਣੇ ਪੋਤੇ ਵਾਂਗੂ ਪਿਆਰ ਕਰਦੇ ਸੀ। ਨੀਤਾ, ਉਹ ਨੀਤਾ, ਗੱਲ ਸੁਣੋ। ਹਾਂਜੀ ਆਂਟੀ ਜੀ, ਇਹ ਗੱਲ ਕਹਿੰਦੀ ਹੋਈ ਨੀਤਾ ਬਾਹਰ ਆਈ। ਨੀਤਾ, ਇੱਕ ਖੁਸ਼ਖਬਰੀ ਹੈ, ਮੈਂ ਜਲਦੀ ਹੀ ਦਾਦੀ ਬਣਨ ਵਾਲੀ ਹਾਂ। ਵਾਹ ਆਂਟੀ ਜੀ, ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਤਾਂ ਮੇਰੇ ਬੇਟੇ ਨੇ ਮੈਨੂੰ 6 ਮਹੀਨੇ ਦੀ ਤਿਆਰੀ ਕਰਕੇ ਆਉਣ ਲਈ ਕਿਹਾ ਹੈ। ਹਜੇ ਸਾਰੀ ਪੈਕਿੰਗ ਪਈ ਹੈ। ਤੂੰ ਫਟਾਫਟ ਟਿਫਨ ਦਾ ਕੰਮ ਨਿਬੇੜ ਕੇ ਮੇਰੇ ਨਾਲ ਪੈਕਿੰਗ ਕਰਵਾ ਦੇ ਪਲੀਜ਼। ਇਹਨੇ ਨੂੰ ਵਿਸ਼ਾਲ ਦੀ ਆਵਾਜ਼ ਆਈ। ਟਿਫਨਾਂ ਦਾ ਕੰਮ ਮੈਂ ਸੰਭਾਲ ਲਵਾਂਗਾ, ਤੂੰ ਆਂਟੀ ਦੀ ਮਦਦ ਕਰ ਦੇ। ਨੀਤਾ ਨੇ ਸਵਿਤਾ ਜੀ ਦੀ ਪੈਕਿੰਗ ਕਰਨ ਵਿੱਚ ਮਦਦ ਕੀਤੀ ਅਤੇ ਮਿਲ ਕੇ ਉਹਨਾਂ ਦੀ ਬਹੂ ਲਈ ਗੋਂਦ ਦੇ ਲੱਡੂ ਤਿਆਰ ਕੀਤੇ ਅਤੇ ਇੱਕ ਟਿਫਨ ਵੀ ਪੈਕ ਕਰਕੇ ਦਿੱਤਾ ਤਾਂ ਕਿ ਰਸਤੇ ਵਿੱਚ ਉਹ ਰੋਟੀ ਖਾ ਸਕਣ ਅਤੇ ਦੋਨੋਂ ਜਣੇ ਟ੍ਰੇਨ ਵਿੱਚ ਬੈਠ ਕੇ ਚੱਲ ਪਏ। ਉਧਰ ਸਾਹਿਲ ਉਹਨਾਂ ਨੂੰ ਸਟੇਸ਼ਨ ਤੇ ਲੈਣ ਲਈ ਕਾਰ ਲੈ ਕੇ ਖੜਾ ਸੀ। ਜਦੋਂ ਘਰ ਪਹੁੰਚੇ ਤਾਂ ਬਹੂ ਨੂੰ ਮਿਲ ਕੇ ਉਹਨਾਂ ਦੋਨਾਂ ਨੇ ਬਹੁਤ ਆਸ਼ੀਰਵਾਦ ਦਿੱਤਾ। ਅਸੀਂ ਪਿਛਲੇ ਸਾਰੇ ਮਨਮੁਟਾਵ ਦੂਰ ਕਰ ਦਿੱਤੇ। ਸਵਿਤਾ ਜੀ ਨੇ ਵੀ ਘਰ ਪਹੁੰਚਦੇ ਹੀ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਲੈ ਲਈ। ਸਾਰਾ ਘਰ, ਜੋ ਕਿ ਬਿਨਾਂ ਕੰਮ ਵਾਲੀ ਦੇ ਬਿਖਰਿਆ ਹੋਇਆ ਸੀ, ਸਭ ਆਉਂਦੇ ਹੀ ਸਾਰਾ ਘਰ ਸਾਫ਼ ਕੀਤਾ ਅਤੇ ਸ਼ਾਮ ਦਾ ਭੋਜਨ ਤਿਆਰ ਕੀਤਾ। ਰੋਜ਼ ਉਹ ਆਪਣੀ ਬਹੂ ਨੂੰ ਸਾਫ਼ ਸੁਥਰਾ ਤੇ ਪੌਸ਼ਟਿਕ ਖਾਣਾ ਬਣਾ ਕੇ ਖਵਾਉਂਦੀ ਸੀ। ਬਹੂ ਦੀਆਂ ਗੱਲਾਂ ਵਿੱਚ ਤਾਂ ਜਿਵੇਂ ਮਿਸ਼ਰੀ ਘੁਲ ਗਈ ਹੋਵੇ। ਉਹ ਸਾਰਾ ਦਿਨ ਮੰਮੀ ਜੀ ਕਰਦੀ ਰਹਿੰਦੀ ਅਤੇ ਆਪਣੇ ਸਾਰੇ ਕੰਮ ਕਰਵਾ ਲੈਂਦੀ। ਇਵੇਂ ਹੀ ਸਮਾਂ ਨਿਕਲ ਗਿਆ ਅਤੇ ਨੀਤੂ ਨੇ ਬੱਚੇ ਨੂੰ ਜਨਮ ਦਿੱਤਾ। ਦਾਦਾ ਦਾਦੀ ਦੇ ਪੈਰ ਤਾਂ ਜ਼ਮੀਨ ਤੇ ਲੱਗ ਹੀ ਨਹੀਂ ਰਹੇ ਸੀ।
ਦਾਦੀ ਕਹਿੰਦੀ ਸੀ ਕਿ ਮੇਰੀ ਪੋਤੀ ਮੇਰੇ ਵਰਗੀ ਹੈ ਅਤੇ ਦਾਦਾ ਕਹਿੰਦੇ ਸੀ ਕਿ ਮੇਰੀ ਪੋਤੀ ਮੇਰੇ ਵਰਗੀ ਹੈ। ਪੋਤੀ ਨੇ ਆਨੰਦ ਜੀ ਤੇ ਪਿਸ਼ਾਬ ਕਰ ਦਿੱਤਾ। ਓਹੋ, ਇਹਨੇ ਤਾਂ ਮੈਨੂੰ ਗਿੱਲਾ ਕਰ ਦਿੱਤਾ ਹੈ, ਸਾਂਭ ਲੈ। ਇਸ ਨੂੰ ਸੁਣ ਕੇ ਸਾਰੇ ਠਹਾਕੇ ਲਗਾ ਕੇ ਹੱਸਣ ਲੱਗੇ। ਬੱਚੀ ਹੋਣ ਤੋਂ ਬਾਅਦ ਵੀ ਸਵਿਤਾ ਜੀ ਨੇ ਬਹੁਤ ਹੀ ਖੂਬ ਸੇਵਾ ਕੀਤੀ। ਬੱਚੀ ਦਾ ਖਿਆਲ ਰੱਖਣਾ, ਰਸੋਈ ਦਾ ਕੰਮ ਕਰਨਾ ਤੇ ਬਹੂ ਦੇ ਲਈ ਅਲੱਗ ਤੋਂ ਖਾਣਾ ਬਣਾਉਣਾ। ਮਾਤਾ ਜੀ ਦੀ ਉਮਰ ਹੋ ਗਈ ਸੀ, ਫਿਰ ਵੀ ਉਹ ਆਪਣੀ ਬਹੂ ਦਾ ਸਾਰਾ ਕੰਮ ਕਰਦੇ ਸੀ ਅਤੇ ਪੋਤੀ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਰਹਿੰਦੇ ਸੀ। ਉਹਨਾਂ ਦੀ ਗੋਡਿਆਂ ਦਾ ਦਰਦ ਵੀ ਬਹੁਤ ਵੱਧ ਗਿਆ ਸੀ। ਇਹਨਾਂ ਸਭ ਹੋਣ ਦੇ ਬਾਵਜੂਦ ਵੀ ਉਹ ਸਾਰਾ ਕੰਮ ਬੜੀ ਕੁਸ਼ਲਤਾ ਨਾਲ ਕਰ ਰਹੀ ਸੀ। ਦੇਖਦੇ ਹੀ ਦੇਖਦੇ 2 ਮਹੀਨੇ ਬੀਤ ਗਏ। ਬੱਚੀ ਦੀ ਲਾਡ ਦੁਲਾਰ ਵਿੱਚ ਸਵਿਤਾ ਜੀ ਅਤੇ ਆਨੰਦ ਜੀ ਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਾ ਕਿ ਕਿਵੇਂ ਲੱਗਦਾ ਸੀ। ਹੌਲੀ ਹੌਲੀ ਬੱਚੇ ਨੂੰ ਆਪਣੇ ਦਾਦਾ ਦਾਦੀ ਦੇ ਹੱਥਾਂ ਦੀ ਪਹਿਚਾਣ ਹੋ ਗਈ ਸੀ। ਇਹ ਗੱਲ ਉਹਨਾਂ ਦੀ ਬਹੂ ਨੂੰ ਖਟਕਣ ਲੱਗੀ ਸੀ। ਕੁਝ ਦਿਨ ਬਾਅਦ ਉਹਨਾਂ ਦੀ ਕੰਮ ਵਾਲੀ ਵੀ ਵਾਪਸ ਆ ਗਈ ਸੀ। ਸਵਿਤਾ ਜੀ ਨੇ ਤਾਂ ਮਨਾ ਕੀਤਾ ਸੀ ਕਿ ਕੰਮ ਵਾਲੀ ਨੂੰ ਨਾ ਬੁਲਾਓ, ਪਰ ਉਹਨਾਂ ਦੀ ਬਹੂ ਨੇ ਇਹ ਕਹਿ ਕੇ ਕਿ ਕਦੋਂ ਤੱਕ ਤੁਸੀਂ ਕੰਮ ਕਰੋਗੇ, ਕੰਮਵਾਲੀ ਨੂੰ ਬੁਲਾ ਲਿਆ। ਇੱਕ ਦਿਨ ਜਦੋਂ ਸਵਿਤਾ ਜੀ ਬੱਚੀ ਨੂੰ ਚਮਚੇ ਨਾਲ ਦੁੱਧ ਪਿਆ ਰਹੀ ਸੀ ਤਾਂ ਬੱਚੇ ਨੇ ਥੋੜੀ ਜਿਹੀ ਖੰਘ ਕੇ ਉਲਟੀ ਕਰ ਦਿੱਤੀ। ਬਸ ਫਿਰ ਕੀ ਸੀ, ਬਹੂ ਨੂੰ ਤਾਂ ਜਿਵੇਂ ਬਹਾਨਾ ਹੀ ਮਿਲ ਗਿਆ ਹੋਵੇ ਆਪਣੀ ਸੱਸ ਦਾ ਪੱਤਾ ਕੱਟਣ ਦਾ। ਬਸ ਫਿਰ ਕੀ ਸੀ। ਨੀਤੂ ਤੇ ਸਾਹਿਲ ਨੇ ਸਾਰੀ ਜ਼ਿੰਮੇਵਾਰੀ ਬੱਚੇ ਸੰਭਾਲਣ ਵਾਲੀ ਆਇਆ ਨੂੰ ਦੇ ਦਿੱਤੀ, ਲੇਕਿਨ ਸਵਿਤਾ ਜੀ ਦਾ ਮੋਹ ਤਾਂ ਬੱਚੀ ਦੇ ਵਿੱਚ ਹੀ ਅਟਕਿਆ ਹੋਇਆ ਸੀ। ਇਸ ਲਈ ਉਹ ਕਦੇ-ਕਦੇ ਬੱਚੀ ਨੂੰ ਉਠਾ ਲੈਂਦੇ ਸੀ। ਇੱਕ ਦਿਨ ਜਦੋਂ ਦੋਨੇ ਬੇਟਾ ਬਹੂ ਘਰੋਂ ਬਾਹਰ ਗਏ ਹੋਏ ਸੀ ਤਾਂ ਆਇਆ ਕੋਲੋਂ ਬੱਚੀ ਚੁੱਪ ਨਹੀਂ ਹੋ ਰਹੀ ਸੀ। ਸਵਿਤਾ ਜੀ ਤੋਂ ਉਸ ਦਾ ਰੋਣਾ ਦੇਖਿਆ ਨਹੀਂ ਗਿਆ। ਉਹਨਾਂ ਨੇ ਆਪਣੇ ਹੱਥਾਂ ਵਿੱਚ ਬੱਚੀ ਨੂੰ ਚੱਕ ਲਿਆ, ਤੁੰਨੀ ਵਿੱਚ ਹੀਂਗ ਲਗਾਉਣੀ ਸ਼ੁਰੂ ਕਰ ਦਿੱਤੀ। ਬੱਚੀ ਵੀ ਆਪਣੀ ਦਾਦੀ ਦਾ ਸਪਰਸ਼ ਪਾ ਕੇ ਚੁੱਪ ਹੋ ਗਈ। ਕੁਝ ਦੇਰ ਬਾਅਦ ਜਦੋਂ ਬੇਟਾ ਬਹੂ ਵਾਪਸ ਆਏ ਤਾਂ ਆਇਆ ਨੇ ਉਹਨਾਂ ਦੇ ਕੰਨ ਭਰ ਦਿੱਤੇ। ਮੈਡਮ, ਜਦੋਂ ਮੇਰੀ ਕੋਈ ਜ਼ਰੂਰਤ ਹੀ ਨਹੀਂ ਹੈ ਤਾਂ ਮੈਨੂੰ ਕੰਮ ਤੇ ਕਿਉਂ ਰੱਖਿਆ ਹੈ? ਤੁਹਾਡੀ ਸੱਸ ਸਹੁਰਾ ਤਾਂ ਮੈਨੂੰ ਬੱਚੇ ਨੂੰ ਹੱਥ ਵੀ ਲਗਾਉਣ ਨਹੀਂ ਦਿੰਦੇ, ਮੇਰੇ ਹੱਥਾਂ ਵਿੱਚੋਂ ਖੋਹ ਲੈਂਦੇ ਹਨ। ਹੁਣ ਮੈਂ ਤੁਹਾਡੇ ਘਰੇ ਕੰਮ ਨਹੀਂ ਕਰਾਂਗੀ। ਦੋਨੋਂ ਪਤੀ ਪਤਨੀ ਸਵਿਤਾ ਜੀ ਤੇ ਹੀ ਬਰਸ ਪਏ ਅਤੇ ਕੰਮ ਵਾਲੀ ਨੂੰ ਮਨਾਉਣ ਲੱਗੇ। ਸਵਿਤਾ ਜੀ ਅਤੇ ਆਨੰਦ ਜੀ ਨੇ ਅਪਮਾਨ ਦਾ ਘੁੱਟ ਪੀ ਲਿਆ। ਕਰਦੇ ਵੀ ਕੀ, ਬੱਚੀ ਦੇ ਮੋਹ ਨੇ ਉਹਨਾਂ ਨੂੰ ਚੁੱਪ ਕਰਾ ਦਿੱਤਾ ਤੇ ਇਸ ਲਈ ਉਹ ਘਰ ਛੱਡ ਕੇ ਨਹੀਂ ਜਾਣਾ ਚਾਹੁੰਦੇ ਸੀ। ਸਵਿਤਾ ਜੀ ਕਮਰੇ ਵਿੱਚ ਜਾ ਕੇ ਰੋਣ ਲੱਗੀ ਕਿ ਬਹੂ ਤਾਂ ਪਰਾਈ ਸੀ, ਪਰ ਬੇਟਾ ਵੀ ਪਰਾਇਆ ਹੋ ਗਿਆ। ਹੁਣ ਤਾਂ ਮੈਨੂੰ ਸ਼ਰਮ ਆਉਂਦੀ ਹੈ ਇਸ ਨੂੰ ਆਪਣਾ ਬੇਟਾ ਕਹਿੰਦੇ ਹੋਏ। ਹੁਣ ਤਾਂ ਹਾਲ ਇਹ ਹੋ ਗਿਆ ਸੀ ਕਿ ਬੱਚੇ ਨੂੰ ਆਇਆ ਸੰਭਾਲਦੀ ਸੀ। ਸਵਿਤਾ ਜੀ ਸਾਰਾ ਦਿਨ ਰਸੋਈ ਦਾ ਕੰਮ ਕਰਦੀ, ਝਾੜੂ ਪੋਚਾ ਲਗਾਉਣ ਦਾ ਕੰਮ ਕਰਦੀ। ਉਹਨਾਂ ਦੀ ਹਾਲਤ ਬਿਲਕੁਲ ਨੌਕਰਾਂ ਵਰਗੀ ਹੋ ਗਈ ਸੀ। ਇੱਥੋਂ ਤੱਕ ਕਿ ਆਇਆ ਦਾ ਖਾਣਾ ਵੀ ਸਵਿਤਾ ਹੀ ਬਣਾਉਂਦੀ ਸੀ। ਆਪਣੀ ਪਤਨੀ ਦੀ ਇਹ ਹਾਲਤ ਦੇਖ ਕੇ ਆਨੰਦ ਜੀ ਮਨੋ ਮਨੀ ਕੁੜਦੇ ਸੀ। ਇੱਕ ਦਿਨ ਬਹੂ ਨੇ ਕਿਹਾ ਕਿ ਮੰਮੀ ਜੀ, ਮੇਰੀ ਕੁਝ ਸਹੇਲੀਆਂ ਘਰ ਆ ਰਹੀਆਂ ਹਨ, ਉਹਨਾਂ ਦੇ ਲਈ ਸਨੈਕਸ ਦਾ ਇੰਤਜ਼ਾਮ ਕਰ ਦਿਓ ਅਤੇ ਚਾਹ ਕੌਫੀ ਵੀ ਬਣਾ ਦਿਓ। ਜਦੋਂ ਉਸ ਦੀਆਂ ਸਹੇਲੀਆਂ ਆਈਆਂ ਤਾਂ ਅਨੀਤਾ ਜੀ ਨੇ ਉਹਨਾਂ ਦਾ ਬਹੁਤ ਆਦਰ ਕੀਤਾ ਅਤੇ ਆਪਣੇ ਹੱਥਾਂ ਨਾਲ ਬਣਾ ਕੇ ਅਲੱਗ-ਅਲੱਗ ਤਰ੍ਹਾਂ ਦੇ ਪਕਵਾਨ ਖਵਾਏ। ਉਹਨਾਂ ਦੀ ਬਹੁਤ ਆਓ ਭਗਤ ਕੀਤੀ ਅਤੇ ਰਸੋਈ ਵਿੱਚ ਜਾ ਕੇ ਬਰਤਨ ਸਾਫ਼ ਕਰਨ ਲੱਗ ਗਈ। ਲੇਕਿਨ ਉਹਨਾਂ ਦੇ ਕੰਨਾਂ ਵਿੱਚ ਅਚਾਨਕ ਇੱਕ ਗੱਲ ਪਈ ਜਿਸ ਨੇ ਉਹਨਾਂ ਦੇ ਪੈਰਾਂ ਥੱਲੇੋਂ ਜ਼ਮੀਨ ਕੱਢ ਦਿੱਤੀ। ਬਹੂ ਦੀਆਂ ਸਹੇਲੀਆਂ ਕਹਿ ਰਹੀਆਂ ਸੀ ਕਿ ਨੀਤੂ, ਤੈਨੂੰ ਕੰਮ ਵਾਲੀ ਤਾਂ ਬਹੁਤ ਚੰਗੀ ਮਿਲੀ ਹੈ, ਇੰਨਾ ਸਵਾਦ ਖਾਣਾ ਬਣਾਉਂਦੀ ਹੈ, ਕਿੰਨੇ ਪੈਸੇ ਲੈਂਦੀ ਹੈ, ਸਾਡੇ ਲਈ ਵੀ ਉਹ ਜਿਹੀ ਕੰਮ ਵਾਲੀ ਲੱਭਦੇ। ਇਹ ਸੁਣ ਕੇ ਬਹੁਤ ਹੱਸਣ ਲੱਗੀ। ਉਸਨੇ ਉਹਨਾਂ ਨੂੰ ਉਲਟਾ ਕੇ ਇਹ ਵੀ ਨਹੀਂ ਕਿਹਾ ਕਿ ਕੰਮ ਵਾਲੀ ਨਹੀਂ ਉਸਦੀ ਸੱਸ ਹੈ। ਥੋੜੀ ਦੇਰ ਬਾਅਦ ਸਵਿਤਾ ਜੀ ਆਪਣੇ ਹੱਥ ਧੋ ਕੇ ਅੰਦਰ ਆ ਗਈ ਅਤੇ ਸਾਰੀਆਂ ਸਹੇਲੀਆਂ ਕੋਲ ਬੈਠ ਗਈ। ਸਾਰੀਆਂ ਹੈਰਾਨ ਰਹਿ ਗਈਆਂ ਕਿ ਇੱਕ ਕੰਮ ਵਾਲੀ ਸਾਡੇ ਵਿੱਚ ਕਿਵੇਂ ਬੈਠੀ ਹੈ। ਤਾਂ ਸਵਿਤਾ ਜੀ ਨੇ ਕਿਹਾ ਕਿ ਤੁਹਾਨੂੰ ਜਾਣਕਾਰੀ ਲਈ ਦੱਸ ਦੇਵਾਂ ਕਿ ਮੈਂ ਨੌਕਰਾਣੀ ਨਹੀਂ, ਤੁਹਾਡੀ ਸਹੇਲੀ ਦੀ ਸੱਸ ਹਾਂ। ਤੁਹਾਡੀ ਸਹੇਲੀ ਨੇ ਤੁਹਾਨੂੰ ਨਹੀਂ ਦੱਸਿਆ ਤਾਂ ਸੋਚਿਆ ਮੈਂ ਦੱਸ ਦਿੰਦੀ ਹਾਂ। ਸਾਰੀਆਂ ਸਹੇਲੀਆਂ ਹੈਰਾਨ ਰਹਿ ਗਈਆਂ ਅਤੇ ਹੈਰਾਨੀ ਨਾਲ ਨੀਤੂ ਦੇ ਵੱਲ ਦੇਖਣ ਲੱਗੀਆਂ। ਸਵਿਤਾ ਜੀ ਨੇ ਕਿਹਾ, ਬਹੂ, ਮੰਨਿਆ ਕਿ ਘਰ ਵਿੱਚ ਨੌਕਰਾਣੀ ਰੱਖਣਾ ਤੇਰੇ ਲਈ ਇੱਕ ਸਟੇਟਸ ਸਿੰਬਲ ਹੈ, ਪਰ ਆਪਣੀ ਸੱਸ ਨੂੰ ਨੌਕਰਾਣੀ ਕਹਿ ਦੇਣਾ, ਇਹ ਕਿੱਥੋਂ ਦਾ ਸਟੇਟਸ ਹੈ? ਉਸ ਸਮੇਂ ਤਾਂ ਨੀਤੂ ਚੁੱਪ ਰਹੀ, ਪਰ ਆਪਣੀ ਸਹੇਲੀਆਂ ਦੇ ਜਾਣ ਤੋਂ ਬਾਅਦ ਉਸਨੇ ਹੰਗਾਮਾ ਖੜਾ ਕਰ ਦਿੱਤਾ। ਪਿਤਾ ਜੀ ਲਈ ਹੈਰਾਨੀ ਦੀ ਗੱਲ ਇਹ ਸੀ ਕਿ ਉਹਨਾਂ ਦਾ ਆਪਣਾ ਬੇਟਾ ਵੀ ਉਹਨਾਂ ਦਾ ਸਾਥ ਨਹੀਂ ਦੇ ਰਿਹਾ ਸੀ। ਮਾਂ ਇੰਨੀ ਛੋਟੀ ਜਿਹੀ ਗੱਲ ਦਾ ਬਤੰਗੜ ਬਣਾਉਣ ਦੀ ਕੀ ਲੋੜ ਸੀ? ਗੁੱਸੇ ਵਿੱਚ ਸਾਹਿਲ ਨੇ ਕਿਹਾ ਤਾਂ ਆਨੰਦ ਜੀ ਨੂੰ ਗੁੱਸਾ ਆ ਗਿਆ ਅਤੇ ਉਹ ਬੋਲੇ, ਤੂੰ ਇਸ ਨੂੰ ਛੋਟੀ ਜਿਹੀ ਗੱਲ ਕਹਿ ਰਿਹਾ ਹੈ? ਤੇਰੀ ਪਤਨੀ ਤੇਰੀ ਮਾਂ ਨੂੰ ਨੌਕਰਾਣੀ ਕਹਿ ਰਹੀ ਹੈ, ਤੈਨੂੰ ਇਹ ਛੋਟੀ ਗੱਲ ਲੱਗ ਰਹੀ ਹੈ?
ਅੱਜ ਤੱਕ ਅਸੀਂ ਚੁੱਪਚਾਪ ਸਭ ਕੁਝ ਸਹਿਣ ਕਰ ਲਿਆ, ਪਰ ਹੁਣ ਪਾਣੀ ਸਿਰ ਦੇ ਉੱਤੇ ਦੀ ਹੋ ਚੁੱਕਿਆ ਹੈ। ਹੁਣ ਜੇ ਅਸੀਂ ਇਸ ਘਰ ਵਿੱਚ ਇੱਕ ਪਲ ਵੀ ਰੁਕੇ, ਤਾਂ ਮੈਂ ਆਪਣੀ ਪਤਨੀ ਦਾ ਅਪਮਾਨ ਹੋਰ ਨਹੀਂ ਸਹਿ ਸਕਾਂਗਾ। ਇਹ ਸੋਚ ਕੇ ਕਿ ਬੱਚੀ ਦਾ ਮੂੰਹ ਉਹਨਾਂ ਨੂੰ ਨਾ ਰੋਕ ਲਵੇ, ਉਹ ਬੱਚੀ ਨੂੰ ਬਿਨਾਂ ਮਿਲੇ ਹੀ ਚਲੇ ਗਏ। ਜਿਸ ਬਹੂ ਦੀ ਉਹਨਾਂ ਨੇ ਇੰਨੇ ਮਹੀਨੇ ਸੇਵਾ ਕੀਤੀ ਸੀ, ਉਸ ਬਹੂ ਨੇ ਬੇਇੱਜ਼ਤੀ ਦਾ ਇਨਾਮ ਦੇ ਕੇ ਉਹਨਾਂ ਨੂੰ ਆਪਣੇ ਘਰੋਂ ਕੱਢ ਦਿੱਤਾ ਅਤੇ ਉਹਨਾਂ ਦੇ ਆਪਣੇ ਮੁੰਡੇ ਨੇ ਵੀ ਰੋਕਿਆ ਤੱਕ ਨਹੀਂ। ਦੋਨੋਂ ਪਹਿਲੀ ਟ੍ਰੇਨ ਪਕੜ ਕੇ ਘਰ ਵਾਪਸ ਆ ਗਏ। ਉਹਨਾਂ ਨੂੰ ਇੱਕੋ ਹੀ ਗੱਲ ਪਰੇਸ਼ਾਨ ਕਰ ਰਹੀ ਸੀ ਕਿ ਉਮਰ ਦੇ ਇਸ ਪੜਾਅ ਤੇ, ਜਿੱਥੇ ਉਹਨਾਂ ਨੂੰ ਬੱਚਿਆਂ ਦੀ ਜ਼ਿਆਦਾ ਜ਼ਰੂਰਤ ਹੈ, ਬਿਨਾਂ ਬੱਚਿਆਂ ਤੋਂ ਉਹ ਕਿਵੇਂ ਗੁਜ਼ਾਰਾ ਕਰਨਗੇ। ਮਹੀਨੇ ਵਿੱਚ ਇੱਕ ਵਾਰ ਕਿਰਾਏ ਤੋਂ ਇਲਾਵਾ ਉਹਨਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਸੀ। ਸਾਰੀ ਜਮ੍ਹਾਂ ਪੂੰਜੀ ਉਹਨਾਂ ਨੇ ਆਪਣੇ ਮੁੰਡੇ ਦੀ ਪੜ੍ਹਾਈ ਅਤੇ ਉਸ ਨੂੰ ਸੈਟਲ ਕਰਨ ਵਿੱਚ ਲਗਾ ਦਿੱਤੀ ਸੀ। ਘਰ ਪਹੁੰਚ ਕੇ ਜਦੋਂ ਉਹਨਾਂ ਨੇ ਘੰਟੀ ਵਜਾਈ, ਤਾਂ ਵਿਸ਼ਾਲ ਤੋਂ ਪਹਿਲਾਂ ਹੀ ਉਹਨਾਂ ਦਾ ਮੁੰਡਾ ਲੱਡੂ ਭੱਜ ਕੇ ਬਾਹਰ ਆ ਗਿਆ। ਦਾਦਾ ਜੀ ਆ ਗਏ, ਦਾਦੀ ਜੀ ਆ ਗਈ, ਇਹ ਕਹਿ ਕੇ ਉਹ ਉੱਚੀ ਉੱਚੀ ਰੌਲਾ ਪਾਉਣ ਲੱਗਿਆ ਅਤੇ ਉਹਨਾਂ ਨਾਲ ਚਿੰਬੜ ਕੇ ਰੋਣ ਲੱਗਿਆ ਕਿ ਸਾਨੂੰ ਕਿਉਂ ਛੱਡ ਕੇ ਗਏ ਸੀ। ਉਧਰੋਂ ਨੀਤਾ ਦੇ ਚਿਹਰੇ ਤੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਪਰ ਉਹ ਹੈਰਾਨ ਵੀ ਸੀ ਕਿ ਅੰਕਲ ਆਂਟੀ ਤਾਂ 6 ਮਹੀਨੇ ਵਾਰ ਕਹਿ ਕੇ ਗਏ ਸੀ, ਇੰਨੀ ਜਲਦੀ ਵਾਪਸ ਕਿਵੇਂ ਆ ਗਏ, ਉਹ ਵੀ ਸਾਰਾ ਸਮਾਨ ਲੈ ਕੇ। ਪਰ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਸਮਝ ਕੇ ਉਹ ਸਭ ਕੁਝ ਸਮਝ ਗਈ ਕਿ ਕੀ ਹੋਇਆ ਹੈ। ਅੰਕਲ ਆਂਟੀ, ਹੱਥ ਮੂੰਹ ਧੋ ਕੇ ਫਰੈਸ਼ ਹੋ ਜਾਓ, ਮੈਂ ਤੁਹਾਡੇ ਲਈ ਚਾਹ ਨਾਸ਼ਤਾ ਲੈ ਕੇ ਆਉਂਦੀ ਹਾਂ। ਅੱਖਾਂ ਵਿੱਚ ਹੰਝੂ ਆ ਗਏ। ਜਿਵੇਂ ਹੀ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਵਿਤਾ ਜੀ ਆਪਣਾ ਆਸ਼ਿਆਨਾ ਦੇਖ ਕੇ ਕਾਫੀ ਸੰਤੁਸ਼ਟ ਹੋ ਗਈ, ਪਰ ਆਨੰਦ ਜੀ ਦੇ ਦਿਮਾਗ ਵਿੱਚ ਰਹੇ ਕਿ ਉਹੀ ਗੱਲ ਆ ਰਹੀਆਂ ਸਨ। ਆਪਣੇ ਕਮਰੇ ਵਿੱਚ ਕਦਮ ਰੱਖਣ ਨਾਲ ਅਚਾਨਕ ਉਹਨਾਂ ਦੇ ਦਿਲ ਵਿੱਚ ਦਰਦ ਸ਼ੁਰੂ ਹੋ ਗਿਆ। ਜਦੋਂ ਤੱਕ ਕਿ ਸਵਿਤਾ ਜੀ ਉਹਨਾਂ ਨੂੰ ਸੰਭਾਲਦੀ, ਉਹ ਨਿਡਾਲ ਹੋ ਚੁੱਕੇ ਸੀ। ਆਵਾਜ਼ ਸੁਣ ਕੇ ਨੀਤਾ ਤੇ ਵਿਸ਼ਾਲ ਭੱਜੇ ਆਏ, ਪਰ ਉਦੋਂ ਤੱਕ ਆਨੰਦ ਜੀ ਵਿੱਚ ਉਹ ਪ੍ਰਾਣ ਨਿਕਲ ਚੁੱਕੀ ਸੀ। ਸਵਿਤਾ ਜੀ ਦੀ ਤਾਂ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਗਿਆ। ਨੀਤਾ ਤੇ ਵਿਸ਼ਾਲ ਨੇ ਉਹਨਾਂ ਨੂੰ ਬੜੀ ਮੁਸ਼ਕਿਲ ਨਾਲ ਸੰਭਾਲਿਆ। ਮੁੰਡੇ ਬਹੂ ਨੂੰ ਵੀ ਖਬਰ ਦਿੱਤੀ ਗਈ ਤਾਂ ਕਿ ਉਹ ਦੋਵੇਂ ਅੰਤਿਮ ਸੰਸਕਾਰ ਵਿੱਚ ਆ ਸਕਣ। ਉਹ ਉੱਥੇ ਆ ਕੇ ਅੰਤਿਮ ਸੰਸਕਾਰ ਕਰਕੇ ਚਲੇ ਗਏ, ਪਰ ਮਾਂ ਦੀ ਕੋਈ ਖਬਰ ਨਹੀਂ ਪੁੱਛੀ। ਨੀਤਾ ਤੇ ਵਿਸ਼ਾਲ ਨੇ ਕਦਮ ਤੇ ਸਵਿਤਾ ਦਾ ਸਾਥ ਦਿੱਤਾ। ਹੌਲੀ ਹੌਲੀ ਸਮਾਂ ਬੀਤਦਾ ਗਿਆ। ਸਵਿਤਾ ਜੀ ਨੇ ਹੌਲੀ ਹੌਲੀ ਆਪਣਾ ਮਨ ਸਮਝਾ ਲਿਆ ਸੀ। ਇੱਕ ਦਿਨ ਨੀਤਾ ਅਤੇ ਵਿਸ਼ਾਲ ਦਾ ਮੁੰਡਾ ਬਿਮਾਰ ਪੈ ਗਿਆ। ਉਹ ਉਸ ਨੂੰ ਦਿਨ ਭਰ ਹਸਪਤਾਲ ਵਿੱਚ ਐਡਮਿਟ ਰੱਖਣਾ ਪਿਆ। ਸਵਿਤਾ ਜੀ ਨੂੰ ਤਾਂ ਵੈਸੇ ਵੀ ਖਾਣਾ ਬਣਾਉਣ ਦਾ ਸ਼ੌਂਕ ਸੀ, ਤਾਂ ਉਹਨਾਂ ਨੇ ਉਸ ਦਿਨ ਟਿਫਿਨਾਂ ਦਾ ਸਾਰਾ ਕੰਮ ਸੰਭ ਲਿਆ। ਸਾਰੇ ਗਾਹਕਾਂ ਨੂੰ ਖਾਣਾ ਬਹੁਤ ਪਸੰਦ ਆਇਆ ਤੇ ਹੋਸਟਲ ਦੀਆਂ ਕੁੜੀਆਂ ਤਾਂ ਜਿਵੇਂ ਖਾਣੇ ਦੀਆਂ ਦੀਵਾਨੀਆਂ ਹੀ ਹੋ ਗਈਆਂ ਹਨ। ਉਦੋਂ ਹੀ ਸਵਿਤਾ ਜੀ ਨੂੰ ਪਤਾ ਚੱਲਿਆ ਕਿ ਉਹਨਾਂ ਦੇ ਕਿਰਾਏਦਾਰਾਂ ਨੇ ਆਪਣਾ ਮਕਾਨ ਖਰੀਦ ਲਿਆ ਹੈ ਅਤੇ ਉਹ ਉੱਥੇ ਹੀ ਆਪਣਾ ਰੈਸਟੋਰੈਂਟ ਖੋਲਣ ਵਾਲੇ ਹਨ। ਉਹਨਾਂ ਨੇ ਮਕਾਨ ਤਾਂ ਪਹਿਲਾਂ ਹੀ ਖਰੀਦ ਲਿਆ ਸੀ, ਪਰ ਆਨੰਦ ਜੀ ਦੇ ਜਾਣ ਤੋਂ ਬਾਅਦ ਉਹ ਆਂਟੀ ਨੂੰ ਇਕੱਲਾ ਨਹੀਂ ਛੱਡਣਾ ਚਾਹੁੰਦੇ ਸਨ। ਇਸੇ ਲਈ ਆਂਟੀ ਨੂੰ ਸੰਭਾਲਣ ਲਈ ਉਹਨਾਂ ਨੇ ਆਪਣਾ ਗ੍ਰਹਿ ਪ੍ਰਵੇਸ਼ ਟਾਲ ਦਿੱਤਾ। ਇਹ ਗੱਲ ਸੁਣ ਕੇ ਸਵਿਤਾ ਜੀ ਦਾ ਮਨ ਭਰ ਗਿਆ। ਆਪਣੇ ਆਪ ਨੂੰ ਸੰਭਾਲਦੇ ਹੋਏ ਕੋਲ ਗਈ ਤੇ ਵਧਾਈ ਦਿੰਦੇ ਹੋਏ ਉਹਨਾਂ ਨੂੰ ਗੱਲ ਆ ਲਿਆ, ਬੇਟਾ ਮੇਰਾ ਇਹਨਾਂ ਖਿਆਲ ਨਾ ਰੱਖੋ ਕਿ ਮੈਂ ਤੁਹਾਨੂੰ ਜਾਣ ਨਾ ਦੇਵਾਂ। ਤੁਸੀਂ ਬੇਫਿਕਰ ਹੋ ਕੇ ਜਾਓ, ਮੈਂ ਬਿਲਕੁਲ ਠੀਕ ਹਾਂ। ਅਤੇ ਉਹਨਾਂ ਦੀਆਂ ਸਾਰੀਆਂ ਤਿਆਰੀਆਂ ਕਰਵਾ ਦਿੱਤੀਆਂ ਅਤੇ ਉਹਨਾਂ ਨੂੰ ਵਿਦਾ ਕੀਤਾ। ਹੁਣ ਸਵਿਤਾ ਜੀ ਬਿਲਕੁਲ ਇਕੱਲੀ ਹੋ ਗਈ ਸੀ ਅਤੇ ਕਿਰਾਏ ਤੋਂ ਹੋਣ ਵਾਲੀ ਆਮਦਨ ਵੀ ਬੰਦ ਹੋ ਗਈ ਸੀ। ਉਹ ਸੋਚਣ ਲੱਗੀ ਕਿ ਇਸ ਉਮਰ ਵਿੱਚ ਮੈਂ ਆਪਣਾ ਗੁਜ਼ਾਰਾ ਕਿਵੇਂ ਕਰਾਂ। ਸੋਚਦੀ ਉਹ ਰੋਣ ਲੱਗ ਗਈ। ਇੰਨੀ ਵਿੱਚ ਦਰਵਾਜ਼ੇ ਦੀ ਘੰਟੀ ਵੱਜੀ। ਦੇਖਿਆ ਤਾਂ ਹੋਸਟਲ ਦੀਆਂ ਕੁਝ ਲੜਕੀਆਂ ਬਾਹਰ ਖੜੀਆਂ ਸਨ। ਸਵਿਤਾ ਜੀ ਦੇ ਪਾਸ ਆ ਕੇ ਕਹਿਣ ਲੱਗਿਆ ਕਿ ਆਂਟੀ ਜੀ, ਤੁਹਾਡੇ ਹੱਥ ਦਾ ਖਾਣਾ ਬਹੁਤ ਲਾਜਵਾਬ ਹੁੰਦਾ ਹੈ। ਹੁਣ ਤਾਂ ਨੀਤਾ ਆਂਟੀ ਹੋਣੀ ਵੀ ਨਹੀਂ ਰਹੇ। ਇਹ ਸੋਚ ਕੇ ਸਵਿਤਾ ਅੰਦਰ ਆਈ ਤੇ ਆਪਣੀ ਪਤੀ ਦੀ ਤਸਵੀਰ ਸਾਹਮਣੇ ਖੜੋ ਕੇ ਬੋਲੀ ਕਿ ਇਹ ਕਿਵੇਂ ਸੰਭਵ ਹੈ। ਇਸ ਉਮਰ ਵਿੱਚ ਨਵਾਂ ਕੰਮ ਕਿਵੇਂ ਸ਼ੁਰੂ ਕਰਾਂ, ਪਰ ਇਸ ਵਿੱਚ ਹਰਜ਼ ਹੀ ਕੀ ਹੈ। ਇਹ ਸੋਚਦੇ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ। ਮਨ ਹੀ ਮਨ ਉਹਨਾਂ ਨੇ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਦਾ ਨਿਰਣਾ ਲੈ ਲਿਆ। ਨੀਤਾ ਤੇ ਵਿਸ਼ਾਲ ਦਾ ਘਰ ਕੁਝ ਹੀ ਦੂਰੀ ਤੇ ਸੀ। ਨੀਤਾ ਨੂੰ ਫੋਨ ਕਰਕੇ ਉਹਨਾਂ ਨੇ ਆਪਣੇ ਘਰ ਮਿਲਣ ਲਈ ਬੁਲਾਇਆ ਅਤੇ ਟਿਫਿਨ ਸਰਵਿਸ ਸ਼ੁਰੂ ਕਰਨ ਵਿੱਚ ਮਦਦ ਮੰਗੀ। 2 ਹੀ ਦਿਨਾਂ ਵਿੱਚ ਸਵਿਤਾ ਜੀ ਨੇ ਆਪਣਾ ਕੰਮ ਸ਼ੁਰੂ ਕਰ ਲਿਆ ਅਤੇ ਆਪਣੀ ਮਦਦ ਲਈ 2 ਕੁੜੀਆਂ ਵੀ ਰੱਖ ਲਈਆਂ, ਜੋ ਸਾਰਾ ਭੱਜ ਦੌੜ ਦਾ ਕੰਮ ਸੰਭਾਲ ਲਿਆ ਸੀ। ਕੁਝ ਹੀ ਦਿਨਾਂ ਵਿੱਚ ਉਹਨਾਂ ਦੀ ਕਮਾਈ ਹੋਣ ਲੱਗੀ। ਕੁਝ ਹੋਸਟਲ ਦੀਆਂ ਕੁੜੀਆਂ ਨੂੰ ਤਾਂ ਸਵਿਤਾ ਜੀ ਨਾਲ ਇੰਨਾ ਲਗਾਵ ਹੋ ਗਿਆ ਕਿ ਉਹਨਾਂ ਦੇ ਘਰ ਨੂੰ ਘਰ ਕਿਰਾਏ ਤੇ ਰਹਿਣ ਲੱਗੀਆਂ। ਸਵਿਤਾ ਜੀ ਦਾ ਅਕੇਲਾਪਨ ਬਿਲਕੁਲ ਦੂਰ ਹੋ ਗਿਆ ਸੀ। ਇੱਕ ਦਿਨ ਕੁਝ ਕੁੜੀਆਂ ਨੇ ਸਵਿਤਾ ਜੀ ਦੇ ਖਾਣੇ ਦੀ ਤਾਰੀਫ ਕਰਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ। ਦੇਖਦੇ ਹੀ ਦੇਖਦੇ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਸਵਿਤਾ ਜੀ ਦੇ ਬਣਾਏ ਖਾਣੇ ਦੀ ਚਰਚਾ ਦੂਰ ਦੂਰ ਤੱਕ ਹੋਣ ਲੱਗੀ। ਹੁਣ ਉਹਨਾਂ ਦਾ ਨਾਮ ਤੇ ਕੰਮ
ਤੋਂ ਕਮਾਈ ਹੋਰ ਵੀ ਵੱਧ ਗਈ। ਉਧਰ ਉਸਦੀ ਬਹੂ ਨੇ ਜਦੋਂ ਇਹ ਵੀਡੀਓ ਦੇਖੀ ਤਾਂ ਉਸਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਰਵੀ ਨੂੰ ਵੀਡੀਓ ਦਿਖਾਉਂਦੇ ਹੋਏ ਕਿਹਾ ਕਿ ਦੇਖ, ਤੇਰੀ ਮਾਂ ਦੀ ਚਰਚਾ ਪੂਰੇ ਦੇਸ਼ ਵਿੱਚ ਹੋ ਰਹੀ ਹੈ, ਕਿੰਨਾ ਪੈਸਾ ਕਮਾਉਂਦੀ ਹੋਵੇਗੀ। ਤੇਰੀ ਨੌਕਰੀ ਨਾਲ ਤਾਂ ਆਪਣੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਹੈ, ਆਪਣੀ ਮਾਂ ਤੋਂ ਹੀ ਕੁਝ ਪੈਸੇ ਮੰਗ ਲੈ। ਉਸ ਦਾ ਕੰਮ ਇੰਨਾ ਵਧੀਆ ਚੱਲ ਰਿਹਾ ਹੈ, ਕਿਉਂ ਨਾ ਆਪਾਂ ਉਹਦੇ ਕੋਲ ਜਾ ਕੇ ਹੀ ਰਹਿਣ ਲੱਗ ਜਾਈਏ। ਵੈਸੇ ਵੀ ਹੁਣ ਤੇਰੇ ਪਿਤਾ ਜੀ ਤਾਂ ਨਹੀਂ ਰਹੇ, ਤਾਂ ਤੇਰੀ ਮਾਂ ਨੂੰ ਅਕੇਲਾਪਨ ਤਾਂ ਲੱਗਦਾ ਹੀ ਹੋਵੇਗਾ। ਇਹ ਸਭ ਦੇਖ ਕੇ ਸਾਹਿਲ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਆਪਣੀ ਪਤਨੀ ਦਾ ਕਹਿਣਾ ਮੰਨ ਕੇ ਸਾਹਿਲ ਆਪਣੀ ਮਾਂ ਕੋਲ ਜਾਣ ਦੀ ਯੋਜਨਾ ਬਣਾਉਣ ਲੱਗਾ। ਦੋਨੋਂ ਆਪਣੀ ਬੇਟੀ ਨਾਲ ਸਵਿਤਾ ਦੇ ਘਰ ਪਹੁੰਚੇ। ਉੱਥੋਂ ਦਾ ਦ੍ਰਿਸ਼ ਦੇਖ ਕੇ ਬਹੁਤ ਦੀਆਂ ਅੱਖਾਂ ਫੱਟੀਆਂ ਰਹਿ ਗਈਆਂ। ਉੱਥੇ ਤਾਂ ਮੇਲਾ ਹੀ ਲੱਗਿਆ ਹੋਇਆ ਸੀ। ਚਾਰੇ ਪਾਸੇ ਚਹਿਲ ਪਹਿਲ ਸੀ। ਮੀਡੀਆ ਵਾਲੇ ਮਾਂ ਦੀ ਇੰਟਰਵਿਊ ਲੈ ਰਹੇ ਸੀ। ਆਪਣੀ ਪਤਨੀ ਨਾਲ ਸਾਹਿਲ ਥੋੜੀ ਦੇਰ ਦੇ ਲਈ ਅਲੱਗ ਖੜੇ ਹੋ ਗਏ। ਸਵਿਤਾ ਜੀ ਨੇ ਉਹਨਾਂ ਨੂੰ ਪਹਿਲਾਂ ਹੀ ਦੇਖ ਲਿਆ ਸੀ, ਪਰ ਫਿਰ ਵੀ ਉਹ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣਾ ਕੰਮ ਕਰਦੀ ਰਹੀ। ਭੀੜ ਘੱਟ ਹੋਣ ਤੇ ਸਵਿਤਾ ਜੀ ਦੇ ਚਰਨਾਂ ਵਿੱਚ ਗਿਰ ਗਏ, ਪਰ ਸਵਿਤਾ ਜੀ ਨੇ ਉਹਨਾਂ ਦੀ ਮੌਜੂਦਗੀ ਦਾ ਕੋਈ ਭਾਵਨਾ ਨਾ ਦਿਖਾਉਂਦੇ ਹੋਏ ਉਹਨਾਂ ਨੂੰ ਆਸ਼ੀਰਵਾਦ ਦਿੱਤਾ, ਆਪਣੀ ਪੋਤੀ ਨੂੰ ਪਿਆਰ ਦਿੱਤਾ, ਫਿਰ ਆਪਣੇ ਕੰਮ ਲੱਗ ਗਈ। ਇਹਨੇ ਨੂੰ ਸਾਹਿਲ ਨੇ ਪਿੱਛੋਂ ਆਵਾਜ਼ ਲਗਾਈ ਕਿ ਮਾਂ, ਸਾਨੂੰ ਮਾਫ ਕਰ ਦੇ, ਸਾਡੇ ਤੋਂ ਭੁੱਲ ਹੋ ਗਈ। ਅੱਜ ਤੋਂ ਅਸੀਂ ਤੁਹਾਡੇ ਨਾਲ ਰਹਾਂਗੇ। ਸਵਿਤਾ ਜੀ ਨੇ ਉਹਨਾਂ ਨੂੰ ਟੇਢੀਆਂ ਨਿਗਾਹਾਂ ਨਾਲ ਦੇਖਿਆ ਤੇ ਕਿਹਾ, ਪਰ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ। ਇਸ ਬੁਢਾਪੇ ਵਿੱਚ ਮੈਂ ਇੱਜ਼ਤ ਨਾਲ ਜੀਣਾ ਚਾਹੁੰਦੀ ਹਾਂ, ਕਿਸੇ ਦੇ ਘਰ ਦੀ ਕਮਮ ਵਾਲੀ ਬਣ ਕੇ ਨਹੀਂ। ਇਹ ਮੇਰਾ ਪਰਿਵਾਰ ਹੈ, ਲੇਕਿਨ ਮਾਂ, ਇਸ ਘਰ ਤੇ ਸਾਡਾ ਵੀ ਤਾਂ ਕੁਝ ਹੱਕ ਹੈ। ਬਹੂ ਨੇ ਕਿਹਾ, ਇਸ ਘਰ ਤੋਂ ਥੋੜਾ ਹੱਕ ਉਸੇ ਦਿਨ ਖਤਮ ਹੋ ਗਿਆ ਸੀ ਜਿਸ ਦਿਨ ਮੈਂ ਤੇ ਤੇਰੇ ਪਿਤਾ ਜੀ ਤੁਹਾਡੇ ਘਰੋਂ ਬੇਇੱਜ਼ਤ ਹੋ ਕੇ ਨਿਕਲੇ ਸੀ। ਦੂਰ ਤੋਂ ਆਏ ਹੋ, ਭੁੱਖ ਲੱਗੀ ਹੋਵੇਗੀ, ਖਾਣਾ ਖਾ ਕੇ ਜਾਇਓ। ਰਸਤੇ ਲਈ ਟਿਫਨ ਪੈਕ ਕਰ ਦਿੰਦੀ ਹਾਂ। ਕਹਿੰਦੇ ਹੋਏ ਸਵਿਤਾ ਜੀ ਆਪਦੇ ਕੰਮ ਵਿੱਚ ਮਸਤ ਹੋ ਗਈ। ਅੱਜ ਉਹਨਾਂ ਦੇ ਚਿਹਰੇ ਤੇ ਸੰਤੁਸ਼ਟੀ ਦਾ ਭਾਵ ਅਤੇ ਗੌਰਵ ਭਰੀ ਮੁਸਕਰਾਹਟ ਸੀ।